ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਕਿਸ ਨੂੰ ਇਹ ਸਿੱਧੀ ਚੇਤਾਵਨੀ ਹੈ ਉਸ ਤੇ ਗੱਲਬਾਤ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਕਿ ਰੁੱਸ ਗਏ ਨੇ ਭਗਵੰਤ ਮਾਨ ਕੇਜਰੀਵਾਲ ਦੇ ਨਾਲ। ਅਜਿਹਾ ਅਸੀਂ ਕਿਉਂ ਕਹਿ ਰਹੇ ਹਾਂ ਇਸ ਤੇ ਵੀ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਰਾਜਾ ਵੜਿੰਗ ਨੂੰ ਬਾਦਲਾਂ ਦੇ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ। ਕੀ ਉਹ ਝਟਕਾ ਹੈ ਉਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਹੋਰ ਵੀ ਬਹੁਤ ਸਾਰੀਆਂ ਖਬਰਾਂ ਦੇ ਉੱਪਰ ਅਸੀਂ ਕਰਾਂਗੇ। ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਸੀ ਸਿੰਘ ਫਸੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਫ਼ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਬਾਦਲਾਂ ਨਾਲ ਸੰਬੰਧ ਹੋਣ ਦੇ ਕੁਝ ਸਬੂਤ ਜਿਹੜੇ ਆ ਉਹ ਦਿੱਤੇ ਗਏ ਨੇ। ਕੁਝ ਗੱਲਾਂ ਕਹੀਆਂ ਗਈਆਂ ਨੇ। ਕੀ ਕੁਝ ਗੱਲਾਂ ਨੇ ਉਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਮਸਲੇ ਤੋਂ ਹੀ ਕਰੀਏ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਜਿਹੜਾ ਸਿੱਧੀ ਚੇਤਾਵਨੀ ਦਿੱਤੀ ਗਈ ਅਫਸਰਾਂ ਨੂੰ, ਕਹਿੰਦੇ ਕਿ ਜੇਕਰ ਵਿਕਾਸ ਕਾਰਜਾਂ ਦੇ ਵਿੱਚ ਢਿੱਲ ਮੱਠ ਦਿਖਾਈ ਦਿੱਤੀ ਤਾਂ ਕਹਿੰਦੇ ਕਿ ਅਫਸਰਾਂ ਦੇ ਉੱਪਰ ਕਾਰਵਾਈ ਹੋਊਗੀ। ਜੀ ਬਿਲਕੁਲ, ਕਿਉਂਕਿ ਕੱਲ ਸਪੈਸ਼ਲ ਤੌਰ ਤੇ ਨਵਜੋਤ ਸਿੰਘ ਸਿੱਧੂ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਗਏ ਸੀਗੇ ਔਰ ਉੱਥੇ ਉਹਨਾਂ ਨੇ ਆਪਣੇ ਜਿਹੜੇ ਕਾਰਜ ਚੱਲ ਰਹੇ ਸੀਗੇ, ਖਾਸ ਤੌਰ ਤੇ ਜਿਹੜੇ ਚਾਹੇ ਗਲੀਆਂ ਨਾਲੀਆਂ ਨੂੰ ਲੈ ਕੇ ਹੋਵੇ ਜਾਂ ਹੋਰ ਜਿਹੜੇ ਵੱਡੇ ਪ੍ਰੋਜੈਕਟ ਨੇ ਅੰਮ੍ਰਿਤਸਰ ਸਾਹਿਬ ਦੇ, ਉਹਨਾਂ ਦਾ ਜਾਇਜ਼ਾ ਉਹਨਾਂ ਨੇ ਲਿਆ। ਔਰ ਇੱਥੋਂ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਢਿੱਲਮ ਢਿੱਲੀ ਕਾਰਵਾਈ ਚੱਲ ਰਹੀ ਸੀਗੀ ਉਸ ਦਾ ਗੰਭੀਰਤਾ ਦੇ ਨਾਲ ਨੋਟਿਸ ਲਿਆ। ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵੀ ਅਫਸਰ, ਸੰਬੰਧਿਤ ਅਫਸਰ ਨੇ, ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਔਰ ਕਿਹਾ ਗਿਆ ਕਿ ਜਲਦੀ ਤੋਂ ਜਲਦੀ, ਖਾਸ ਤੌਰ ਤੇ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਨਿਬੇੜਿਆ ਜਾਏ ਔਰ ਉਹਨਾਂ ਦਾ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜਾ ਹੈਗਾ ਜਾਇਜ਼ਾ ਲੈ ਕੇ ਔਰ ਜਿਹੜੇ ਬਾਕੀ ਜਿਹੜੀ ਫੰਡਿੰਗ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਫੰਡਿੰਗ ਵੀ ਇਹਨਾਂ ਪ੍ਰੋਜੈਕਟਾਂ ਦੀ ਹੋਏਗੀ। ਸੋ ਉਮੀਦ ਕਰਦੇ ਹਾਂ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਕਾਰਜ ਉਹਨਾਂ ਦੇ ਕਰਦੇ ਆ ਰਹੇ ਨੇ, ਉਹਨਾਂ ਦੀ ਕਾਰਜਸ਼ੈਲੀ ਦਿਖਾਈ ਦੇ ਰਹੀ ਹੈ, ਉਸੇ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਕਾਰਜ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਤੇਜ਼ੀ ਆਏਗੀ। ਔਰ ਇਹ 22 ਤੱਕ ਲਗਾਤਾਰ ਜੇਕਰ ਇਹ ਤੇਜ਼ੀ ਆਉਂਦੀ ਹੈ ਤਾਂ ਪੰਜਾਬ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਖਾਸ ਤੌਰ ਤੇ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਹੈ ਉਹਨਾਂ ਦੇ ਵਿੱਚ ਖੜੋਤ ਆ ਸਕਦੀ ਹੈ, ਉਹਨਾਂ ਦੇ ਵਿੱਚ ਥੋੜੀ ਜਿਹੀ ਮੋਟੀ ਕਮੀ ਆ ਸਕਦੀ ਹੈ। ਸੋ ਉਸ ਨੂੰ ਵੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ ਔਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੰਮ ਚੱਲ ਰਿਹਾ ਹੈ ਉਸ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੀ ਜਿਹੜੀ ਹੈਗੀ ਆ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ। ਸੋ ਇਹੀ ਪੰਜਾਬ ਦੇ ਲੋਕਾਂ ਨੂੰ ਉਮੀਦ ਕਰਨੀ ਬਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਸਾਰੇ ਕੰਮਾਂ ਦਾ ਖੁਦ ਆਪ ਜਾ ਕੇ ਜਾਇਜ਼ਾ ਲੈ ਰਹੇ ਨੇ ਔਰ ਉਹਨਾਂ ਕੰਮਾਂ ਦੇ ਵਿੱਚ ਤੇਜ਼ੀ ਕਰਾਉਣ ਦੀ ਜਿਹੜੀ ਹੈਗੀ ਹੈ ਅਪੀਲ ਕਰ ਰਹੇ ਨੇ, ਉਹਨਾਂ ਨੂੰ ਜਿਹੜੀ ਹੈਗੀ ਹੈ ਆਪਣੀ ਹਦਾਇਤਾਂ ਕਰ ਰਹੇ ਨੇ। ਜੀ ਸੁਖਵਿੰਦਰ ਜੀ। ਗੱਲਬਾਤ ਆਪਾਂ ਹੁਣ ਭਗਵੰਤ ਮਾਨ ਦੇ ਮਸਲੇ ਤੇ ਕਰਦੇ ਹਾਂ। ਭਗਵੰਤ ਮਾਨ ਜੀ ਇੰਜ ਲੱਗ ਰਿਹਾ ਜਿਵੇਂ ਇੱਕ ਵਾਰ ਫਿਰ ਤੋਂ ਰੁੱਸਦੇ ਜੇ ਹੁੰਦੇ ਦਿਖਾਈ ਦੇ ਰਿਹਾ ਕੇਜਰੀਵਾਲ ਸਾਹਿਬ ਦੇ ਨਾਲ, ਕਿਉਂਕਿ ਗੱਲ ਹੀ ਇਹੋ ਜਿਹੀ ਹੈ। ਕਿਉਂਕਿ ਕੇਜਰੀਵਾਲ ਇੱਥੇ ਆਉਂਦੇ ਨੇ, ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਕਰ ਦਿੰਦੇ ਨੇ, ਭਗਵੰਤ ਮਾਨ ਨੂੰ ਨਾਲ ਬਿਠਾ ਕੇ ਗੱਲਾਂ ਕਹਿ ਦਿੰਦੇ ਨੇ ਕਿ ਭਾਈ ਅਸੀਂ ਤੁਹਾਨੂੰ ਅਜਿਹਾ ਚਿਹਰਾ ਦੇਵਾਂਗੇ, ਬਹੁਤ ਵਧੀਆ ਚਿਹਰਾ ਦੇਵਾਂਗੇ ਜਿਹਦੇ ਉੱਪਰ ਤੁਹਾਨੂੰ ਮਾਣ ਮਹਿਸੂਸ ਹੋਊਗਾ, ਜਿਹੜਾ ਇੱਕ ਸਿੱਖ ਚਿਹਰਾ ਹੋਊਗਾ ਤੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਬੇਦਾਗ ਚਿਹਰਾ ਦੇਵਾਂਗੇ, ਬਹੁਤ ਜ਼ਿਆਦਾ ਵਧੀਆ ਚਿਹਰਾ ਦੇਵਾਂਗੇ। ਭਗਵੰਤ ਮਾਨ ਨੂੰ ਨਾਲ ਬਿਠਾ ਕੇ ਗੱਲਾਂ ਕਹੀ ਜਾਂਦੇ ਨੇ ਕਿ ਇਹ ਤੋਂ ਇਹ ਦਰਸਾਉਂਦੇ ਨੇ ਕਿ ਭਗਵੰਤ ਮਾਨ ਉਸ ਚਿਹਰੇ ਦੇ ਬਰਾਬਰ ਨਹੀਂ ਹੋਣਗੇ ਜਾਂ ਫਿਰ ਭਗਵੰਤ ਮਾਨ ਦਾ ਚਿਹਰਾ ਉਹਨਾਂ ਵਧੀਆ ਚਿਹਰਾ ਨਹੀਂ ਜਿੰਨਾ ਮੈਂ ਦੇਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਤਰੀਕੇ ਦੇ ਨਾਲ ਫਿਰ ਭਗਵੰਤ ਮਾਨ ਨੂੰ ਜਿਸ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਰੁੱਸਣਾ ਤਾਂ ਫਿਰ ਬਣਦਾ ਵੀ ਹੈ ਸ਼ਾਇਦ। ਜੀ ਸੁਖਵਿੰਦਰ ਜੀ, ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ ਔਰ ਖਾਸ ਤੌਰ ਤੇ ਮੁੱਖ ਮੰਤਰੀ ਦੇ ਚਿਹਰੇ ਦਾ ਸੰਬੰਧ ਹੈ ਤਾਂ ਉੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਗਵੰਤ ਮਾਨ ਤੋਂ ਉੱਪਰ ਕੋਈ ਇਸ ਵੇਲੇ ਵੱਡਾ ਚਿਹਰਾ ਜੇ ਆਪਾਂ ਕਹਿ ਸਕੀਏ ਕਿ ਉਸ ਪਾਰਟੀ ਦੇ ਵਿੱਚ ਨਹੀਂ ਹੈ। ਉਹਦਾ ਵੱਡਾ ਕਾਰਨ ਇਹੀ ਹੈ ਕਿ ਭਗਵੰਤ ਮਾਨ ਪਿਛਲੇ ਲੰਬੇ ਸਮੇਂ ਤੋਂ, ਜਦੋਂ ਤੋਂ ਪਾਰਟੀ ਪੰਜਾਬ ਦੇ ਵਿੱਚ ਆਈ ਹੈ, ਚਾਹੇ ਜਦੋਂ 4 MP ਜਦੋਂ ਜਿੱਤੇ ਸੀਗੇ ਉਦੋਂ ਦੀ ਆਪਾਂ ਗੱਲ ਕਰੀਏ, ਉਸ ਤੋਂ ਬਾਅਦ ਵਾਹਿਦ ਇੱਕ ਐਸੇ MP ਨੇ ਜਿਹੜੇ ਇਕੱਲੇ ਪੰਜਾਬ ਦੇ ਵਿੱਚੋਂ ਜਿੱਤੇ ਨੇ। ਇਕੱਲੇ ਪੰਜਾਬ ਦੇ ਵਿੱਚੋਂ ਨਹੀਂ, ਆਪਾਂ ਕਹਿ ਸਕਦੇ ਕਿ
ਹਿੰਦੁਸਤਾਨ ਦੇ ਵਿੱਚ ਜੇ ਕੋਈ ਲੋਕ ਸਭਾ ਦੇ ਵਿੱਚ ਕੋਈ ਨੁਮਾਇੰਦਗੀ ਕਰਦਾ ਹੈ ਤਾਂ ਉਹ ਭਗਵੰਤ ਮਾਨ ਹੀ ਕਰਦੇ ਨੇ। ਔਰ ਇਸੇ ਕਰਕੇ ਭਗਵੰਤ ਮਾਨ ਦਾ ਚਿਹਰਾ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਪੱਖ ਦੇ ਵਿੱਚ ਨਾਅਰੇ ਵੀ ਲੱਗੇ। ਜਦੋਂ ਕੇਜਰੀਵਾਲ ਜੀ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤਾਂ ਪੰਜਾਬ ਦੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਔਰ ਭਗਵੰਤ ਮਾਨ ਨੂੰ ਅੱਗੇ ਲਿਆਉਣ ਦੀ ਜਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਲਿਆਉਣ ਦੀ ਉਹਨਾਂ ਨੂੰ ਬੇਨਤੀ ਵੀ ਕੀਤੀ ਗਈ। ਸੋ ਇਸ ਕਰਕੇ ਆਪਾਂ ਕੁੱਲ ਮਿਲਾ ਕੇ ਗੱਲ ਇਹ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਨੂੰ ਉਦਾਸ ਨਹੀਂ ਹੋਣਾ ਚਾਹੀਦਾ, ਭਗਵੰਤ ਮਾਨ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਅਖੀਰ ਨੂੰ ਗੁਣਾ ਉਹਨਾਂ ਤੇ ਹੀ ਪੈਣਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਛੇਤੀ ਉਹਨਾਂ ਨੇ ਕਿਹਾ ਕੇਜਰੀਵਾਲ ਨੇ ਕਿ ਜਲਦੀ ਤੋਂ ਜਲਦੀ ਜਾਂ ਬਾਕੀ ਪਾਰਟੀਆਂ ਤੋਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਅਨਾਉਂਸ ਕਰੇਗੀ। ਸੋ ਆਪਾਂ ਨੂੰ ਉਮੀਦ ਕਰਨੀ ਬਣਦੀ ਹੈ ਕੇਜਰੀਵਾਲ ਜੀ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਹੀ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਗੇ। ਔਰ ਭਗਵੰਤ ਮਾਨ ਜੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਕਾਰਵਾਈਆਂ ਨੇ ਜਿਹੜੀਆਂ ਔਰ ਆਪਣੀਆਂ ਜਿਹੜੀਆਂ ਮੀਟਿੰਗਾਂ ਨੇ ਜਾਂ ਆਪਣੇ ਜਿਹੜੇ ਵੀ ਉਹ ਕੰਮ ਕਰਨਾ ਚਾਹੁੰਦੇ ਨੇ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਣਾ ਚਾਹੁੰਦੇ ਨੇ ਐਜ਼ ਏ ਪ੍ਰਧਾਨ ਉਹ ਜਾਣ, ਕਿਉਂਕਿ ਅਖੀਰ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸੰਭਾਲਣੀ ਪੈਣੀ ਹੈ। ਸੋ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਦਾ ਜਿਹੜਾ ਰੁੱਸਾ ਹੈ ਜਾਂ ਰੁੱਸਾ ਗਿਲਾ ਹੈ ਇਹਦੇ ਵਿੱਚ ਉਹ ਜਲਦੀ ਹੀ ਮੰਨ ਜਾਣਗੇ ਔਰ ਕੇਜਰੀਵਾਲ ਜੀ ਉਹਨਾਂ ਦਾ ਨਾਂ ਅਨਾਉਂਸ ਕਰ ਸਕਦੇ ਆ, ਬਹੁਤ ਛੇਤੀ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੁਖਵਿੰਦਰ ਜੀ ਕਿਵੇਂ ਦੇਖਦੇ ਹੋ ਭਗਵੰਤ ਮਾਨ ਨੂੰ ਨਾਲ ਬਿਠਾ ਕੇ ਤੁਸੀਂ ਆਪਣੇ ਪ੍ਰਧਾਨ ਦੀ ਉਹਨੇ ਤਾਰੀਫ ਨਹੀਂ ਕਰਦੇ ਜਿੰਨੀ ਤੁਸੀਂ ਦੂਜੀ ਪਾਰਟੀ ਦੇ ਪ੍ਰਧਾਨ ਦੀ ਤਾਰੀਫ ਕਰ ਦਿੰਦੇ ਹੋ, ਕਿਤੇ ਨਾ ਕਿਤੇ ਰੋਸਾ ਗਿਲਾ ਤਾਂ ਬਣਦਾ ਫਿਰ? ਜੀ ਦੇਖੋ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਬੰਧ ਹੈ, ਨਵਜੋਤ ਸਿੰਘ ਸਿੱਧੂ ਕੰਮ ਹੀ ਐਸੇ ਕਰ ਰਹੇ ਨੇ ਕਿ ਚਾਹੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੇ ਨੇਤਾ ਹੋਣ, ਚਾਹੇ ਉਹਨਾਂ ਦੇ ਆਪਣੀ ਪਾਰਟੀ ਦੇ ਨੇਤਾ ਹੋਣ, ਇੱਥੋਂ ਤੱਕ ਕਿ ਤੁਸੀਂ ਰਵਨੀਤ ਬਿੱਟੂ ਨੂੰ ਜਿਹੜੇ ਕਿ ਕਦੇ ਕਹਿੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਬਿਲਕੁਲ ਪਸੰਦ ਨਹੀਂ ਕਰਦੇ, ਉਹਨਾਂ ਨੂੰ ਵੀ ਲੁਧਿਆਣੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਨੀ ਪਈ। ਸੋ ਕਹਿਣ ਦਾ ਮਤਲਬ ਹੈ ਚਾਹੇ ਕੇਜਰੀਵਾਲ ਜੀ ਹੋਣ, ਚਾਹੇ ਵਿਦਿਨ ਕਾਂਗਰਸ ਦੇ ਆਪਣੇ ਵੱਡੇ ਨੇਤਾ ਹੋਣ ਜਾਂ ਵਿਰੋਧੀ ਪਾਰਟੀਆਂ ਦੇ ਨੇਤਾ ਹੋਣ, ਲਗਾਤਾਰ ਉਹਨਾਂ ਦੀ ਮਜਬੂਰੀ ਬਣੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਨ ਤੋਂ ਨਹੀਂ ਰਹਿ ਸਕਦੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਵਾਹਿਦ ਇੱਕ ਐਸੇ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਉਠਾਇਆ ਹੈ, ਪੰਜਾਬ ਦੇ ਲਈ ਰੋਡ ਮੈਪ ਦਿੱਤਾ ਹੈ, ਪੰਜਾਬ ਦੇ ਲਈ ਬਲੂਪ੍ਰਿੰਟ ਦਿੱਤਾ ਹੈ ਔਰ ਸੱਚ ਨੂੰ ਸੱਚ ਕਿਹਾ ਹੈ, ਝੂਠ ਨੂੰ ਝੂਠ ਕਿਹਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਲੀਡਰਾਂ ਦੀ ਮਜਬੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨੇ ਜਿਹੜੇ ਬੇਬਾਕ ਲੀਡਰ ਨੇ ਔਰ ਖਰੀ ਗੱਲ ਕਰਨ ਵਾਲੇ ਲੀਡਰ ਨੇ ਔਰ ਉਹਨਾਂ ਨੂੰ ਉਹਨਾਂ ਦੀ ਤਾਰੀਫ ਕਰਨਾ, ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਜੀ ਨੇ ਤਾਰੀਫ ਜਿਹੜੀ ਕੀਤੀ ਹੈ ਉਹਦੇ ਵਿੱਚ ਕੇਜਰੀਵਾਲ ਜੀ ਦੀ ਆਪਣੀ ਲੋੜ ਹੈ, ਕਿਉਂਕਿ ਕੇਜਰੀਵਾਲ ਜੀ ਜਦੋਂ ਕਹਿੰਦੇ ਨੇ ਕਿ ਮੈਂ ਸੱਚ ਤੇ ਖੜਾ ਹਾਂ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਸੱਚ ਤੇ ਖੜਨ ਵਾਲੇ ਬੰਦਿਆਂ ਦੀ ਜਾਂ ਸੱਚ ਤੇ ਖੜਨ ਵਾਲੇ ਜਿਹੜੇ ਲੀਡਰ ਨੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਸੀਗੀ। ਸੋ ਇਸ ਕਰਕੇ ਉਹਨਾਂ ਨੇ ਤਾਰੀਫ ਕਰਨੀ ਪਈ ਆ, ਉਹਨਾਂ ਦੀ ਮਜਬੂਰੀ ਸੀਗੀ ਕਿ ਉਹਨਾਂ ਨੇ ਤਾਰੀਫ ਕੀਤੀ। ਔਰ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਹੈ ਕਿ ਆਪਣਾ ਦਿਲ ਵੱਡਾ ਰੱਖਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਮੰਨਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉਸਤਾਦ ਨੇ, ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ। ਸੋ ਬਾਰ-ਬਾਰ ਉਹ ਜਦੋਂ ਗੱਲਾਂ ਕਰਦੇ ਨੇ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਬਾਰੇ ਤਾਂ ਲਾਜ਼ਮੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੱਡੇ ਲੀਡਰ ਨੇ ਔਰ ਇਕੱਲੇ ਕਾਂਗਰਸ ਦੇ ਨਹੀਂ, ਆਪਾਂ ਕਹਿ ਸਕਦੇ ਕੁੱਲ ਮਿਲਾ ਕੇ ਜਿੰਨੀਆਂ ਵੀ ਇਸ ਵੇਲੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਕੱਦ ਵੇਖਦੇ ਹਾਂ, ਉਹਨਾਂ ਦਾ ਗ੍ਰਾਫ ਦੇਖਦੇ ਹਾਂ ਤਾਂ ਇਸ ਵੇਲੇ ਸਭ ਤੋਂ ਉੱਪਰ ਗ੍ਰਾਫ ਨਵਜੋਤ ਸਿੰਘ ਸਿੱਧੂ ਦਾ ਹੈ। ਔਰ ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਲੀਡਰ ਜਿਹੜੇ ਨੇ, ਜਿਹੜੇ ਕਿਸੇ ਵੇਲੇ ਉਹਨਾਂ ਨੂੰ ਚੰਗਾ ਵੀ ਨਹੀਂ ਸੀ ਸਮਝਦੇ, ਉਹ ਵੀ ਅੱਜ ਉਹਨਾਂ ਦੀ ਤਾਰੀਫ ਕਰ ਰਹੇ ਨੇ। ਇਹ ਇੱਕ ਵਧੀਆ ਗੱਲ ਹੈ, ਇੱਕ ਵਧੀਆ ਰਾਜਨੀਤੀ ਦੀ ਸ਼ੁਰੂਆਤ ਕਹਿ ਸਕਦੇ ਹਾਂ ਜੀ ਸੁਖਵਿੰਦਰ ਜੀ। ਉਧਰ ਹੁਣ ਚਰਨਜੀਤ ਸਿੰਘ ਚੰਨੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿੰਘ ਫਸ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜਾ ਵਾਰ ਕੀਤਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ, ਜਿਹੜਾ ਲਗਾਤਾਰ ਵੱਖ-ਵੱਖ ਲੀਡਰਾਂ ਦੇ ਵੱਲੋਂ ਵੀ ਕੀਤਾ ਜਾਂਦਾ ਰਿਹਾ ਬਾਦਲਾਂ ਦੇ ਨਾਲ ਮਿਲੇ ਹੋਣ ਦਾ, ਤਾਂ ਉੱਥੇ ਪਲਟਵਾਰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਕਹਿੰਦੇ ਕਿ ਬਾਦਲਾਂ ਦੇ ਨਾਲ ਮੈਂ ਨਹੀਂ ਰਲਿਆ, ਬਾਦਲਾਂ ਦੇ ਨਾਲ ਮੇਰੀਆਂ ਨਹੀਂ ਸਾਂਝਾਂ ਸੀ, ਬਾਦਲਾਂ ਦੇ ਨਾਲ ਸਾਂਝਾਂ ਤਾਂ ਕਹਿੰਦੇ ਹੁਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਨੇ। ਕਹਿੰਦੇ ਆਪਣੇ ਭਰਾ ਜਗਮੋਹਨ ਸਿੰਘ ਨੂੰ ਬਚਾਉਣ ਦੇ ਲਈ ਇਹ ਸੁਖਬੀਰ ਬਾਦਲ ਨੂੰ ਕਹਿੰਦੇ ਮਿਲਦਾ ਰਿਹਾ, ਉਹਨਾਂ ਦੇ ਨਾਲ ਇਹਦੀ ਸਾਂਝ ਰਹੀ ਹੈ। ਤੇ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਹੁਣ ਬਾਦਲਾਂ ਦੇ ਮਿਲੇ ਹੋਣ ਨਾਲ ਜਿਹੜੇ ਇਲਜ਼ਾਮ ਲੱਗਦੇ ਦਿਖਾਈ ਦੇ ਰਹੇ? ਸੁਖਵਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਜੀ ਇਦਾਂ ਦੀਆਂ ਗੱਲਾਂ ਅਕਸਰ ਹੀ ਕਰਦੇ ਨੇ
ਔਰ ਹੁਣ ਵੀ ਜਿਹੜੀ ਉਹ ਐਗਜ਼ਾਮਪਲਾਂ ਦੇ ਰਹੇ ਨੇ, ਜਿਹੜੀਆਂ ਉਦਾਹਰਨਾਂ ਪੇਸ਼ ਕਰ ਰਹੇ ਨੇ ਚੰਨੀ ਸਾਹਿਬ ਬਾਰੇ, ਉਹ ਪੁਰਾਣੀਆਂ ਗੱਲਾਂ ਕਰ ਰਹੇ ਨੇ, ਪੁਰਾਣੇ ਕੋਈ ਜਿਹੜੇ ਨੇ ਕਪਲਿਆਂ ਦੀ ਗੱਲ ਕਰ ਰਹੇ ਨੇ। ਸੋ ਉਸ ਵੇਲੇ ਚੰਨੀ ਸਾਹਿਬ ਬਿਲਕੁਲ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਸੀਗੇ, ਔਰ ਉਸ ਵੇਲੇ ਆਪਾਂ ਸਾਰੇ ਜਾਣਦੇ ਆ ਕਿ 2007 ਦੀ ਜਦੋਂ ਗੱਲ ਕਰਦੇ ਆ ਤਾਂ ਉਸ ਵੇਲੇ ਤਾਂ ਉਹ ਇੰਡੀਪੈਂਡੈਂਟ ਦੇ ਤੌਰ ਤੇ ਜਿੱਤੇ ਸੀਗੇ। ਸੋ ਜਦੋਂ ਬੰਦਾ ਇੰਡੀਪੈਂਡੈਂਟ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਮਿਲ ਸਕਦਾ ਹੈ, ਕਿ ਉਹ ਉਸ ਵੇਲੇ ਅਕਾਲੀ ਦਲ ਦੇ ਨੇਤਾਵਾਂ ਨੂੰ ਵੀ ਮਿਲਦੇ ਸੀਗੇ, ਕਾਂਗਰਸ ਦੇ ਨੇਤਾਵਾਂ ਨੂੰ ਵੀ ਮਿਲਦੇ ਸੀਗੇ, ਕਿਉਂਕਿ ਜਦੋਂ ਤੁਸੀਂ ਆਜ਼ਾਦ ਹੋ ਤਾਂ ਆਜ਼ਾਦ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਹੈਗੀ ਹੈ ਜਾਣ ਪਛਾਣ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਹੋ ਸਕਦੀ ਹੈ। ਸੋ ਇਦਾਂ ਦੀਆਂ ਗੱਲਾਂ ਕਰਨੀਆਂ ਕਿ ਪੁਰਾਣੇ ਜਿਹੜੇ ਨੇ ਇਦਾਂ ਦੇ ਕੱਢ ਕੇ ਗੱਲਾਂ ਕਿ ਤੁਸੀਂ ਅਕਾਲੀ ਦਲ ਨਾਲ ਮਿਲੇ ਹੋਏ ਸੀਗੇ, ਇਹਦੇ ਨਾਲ ਕੈਪਟਨ ਸਾਹਿਬ ਦੇ ਉੱਤੇ ਜਿਹੜੇ ਦੋਸ਼ ਲੱਗਦੇ ਆ ਕਿ ਉਹ ਅਕਾਲੀ ਦਲ ਬੀਜੇਪੀ ਦੇ ਨਾਲ ਮਿਲ ਚੁੱਕੇ ਨੇ, ਉਹਨਾਂ ਨੂੰ ਧੋਤਾ ਨਹੀਂ ਜਾ ਸਕਦਾ। ਸੋ ਇਸ ਕਰਕੇ ਕੈਪਟਨ ਸਾਹਿਬ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਨੇ ਤਾਂ ਜਦੋਂ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ, ਔਰ ਇਕੱਲੇ ਸ਼ਾਮਲ ਨਹੀਂ ਹੋਏ, ਜਦੋਂ ਉਹ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦਾ ਚਿਹਰਾ ਸਾਹਮਣੇ ਆਇਆ, ਉਸ ਵੇਲੇ ਦੀਆਂ ਜਿਹੜੀਆਂ ਮਿਲੀਆਂ ਭੁਗਤਾਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ 4.5 ਸਾਲ ਜਦੋਂ ਉਹਨਾਂ ਦਾ ਕਾਰਜ ਖੇਤਰ ਰਿਹਾ ਐਜ਼ ਏ ਮੁੱਖ ਮੰਤਰੀ ਪੰਜਾਬ, ਤਾਂ ਉਸ ਵੇਲੇ ਵੀ ਉਹਨਾਂ ਦੇ ਉੱਤੇ ਦੋਸ਼ ਮੋਦੀ ਸਰਕਾਰ ਦੇ ਜਾਂ ਬੀਜੇਪੀ ਸਰਕਾਰ ਦੇ ਨਾਲ ਰਲੇ ਹੋਏ ਨਾਲ ਜਿਹੜੇ ਹੈਗੇ ਲੱਗਦੇ ਰਹੇ ਆ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ, ਚਾਹੇ ਬਰਗਾੜੀ ਕਾਂਡ ਹੋਵੇ, ਚਾਹੇ ਹੋਰ ਪੰਜਾਬ ਦੇ ਵੱਡੇ ਮਸਲੇ ਹੋਣ, ਚਾਹੇ ਨਸ਼ਿਆਂ ਦਾ ਮਸਲਾ ਹੋਵੇ, ਉਸ ਨੂੰ ਲੈ ਕੇ ਵੀ ਜਾਂ ਜਿਵੇਂ ਨਵਜੋਤ ਸਿੰਘ ਸਿੱਧੂ ਅਕਸਰ ਗੱਲ ਕਰਦੇ ਸੀ ਕਿ 25-75 ਦੀ ਗੱਲ ਉਹਨਾਂ ਨੇ ਕੀਤੀ ਸੀਗੀ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲਗਾਤਾਰ ਉਹਨਾਂ ਦੇ ਉੱਤੇ ਦੋਸ਼ ਲੱਗਦੇ ਸੀਗੇ ਕਿ ਇਹਨਾਂ ਦੀ ਜਿਹੜੀ ਗੰਢ ਧੁੱਪ ਹੈ ਅਕਾਲੀ ਦਲ, ਬੀਜੇਪੀ ਔਰ ਕਾਂਗਰਸ, ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦੀ, ਕੈਪਟਨ ਸਾਹਿਬ ਦੀ, ਤਾਂ ਉਸ ਵੇਲੇ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਸਾਹਮਣੇ ਆ ਰਹੀਆਂ ਸੀਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਚੰਨੀ ਸਾਹਿਬ ਦੇ ਉੱਤੇ ਪੁਰਾਣੀਆਂ ਗੱਲਾਂ ਨੂੰ ਕੱਢ ਕੇ, ਪੁਰਾਣੇ ਜਿਹੜੇ ਨੇ ਇਦਾਂ ਦੇ ਜਿਹੜੇ ਤੁਸੀਂ ਦੋਸ਼ ਲਾ ਕੇ ਚੰਨੀ ਸਾਹਿਬ ਨੂੰ ਲੈਟ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹਦੇ ਨਾਲ ਤੁਹਾਡਾ ਕੱਦ ਜਿਹੜਾ ਹੈਗਾ ਉਹ ਵਧੇਗਾ ਨਹੀਂ ਹੈ, ਵਧਣਾ ਨਹੀਂ ਹੈ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਚੰਨੀ ਸਾਹਿਬ ਜਿਹੜੇ ਨੇ ਜਦੋਂ ਤੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਉਹ ਕਾਂਗਰਸ ਦੇ ਵਿੱਚ ਹੀ ਕੰਮ ਕਰਦੇ ਨਜ਼ਰ ਆਏ ਨੇ। ਸੋ ਜਾਂ ਤਾਂ ਇਹ ਦੱਸਣ ਕਿ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਨਾਲ ਮਿਲੇ ਜਾਂ ਨਹੀਂ ਮਿਲੇ, ਇਹਦੇ ਬਾਰੇ ਉਹ ਸਪਸ਼ਟ ਕਰਨ। ਔਰ ਜੇਕਰ ਤੁਸੀਂ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਦੋਂ ਤੁਸੀਂ ਗੱਲਾਂ ਕਰਦੇ ਹੋ, ਛਵੀ ਖਰਾਬ ਕਰਨ ਦੀ ਵੀ ਕੋਸ਼ਿਸ਼ ਡਾਕਟਰ ਸਾਹਿਬ ਇਹ ਹੋ ਸਕਦੀ ਹੈ। ਜੀ ਪੂਰੀ ਦੀ ਪੂਰੀ ਕੋਸ਼ਿਸ਼ ਹੈ ਕਿ ਚੰਨੀ ਸਾਹਿਬ ਦੀ ਛਵੀ ਨੂੰ ਖਰਾਬ ਕੀਤਾ ਜਾਏ। ਔਰ ਚੰਨੀ ਸਾਹਿਬ ਜਿਵੇਂ ਉਹਨਾਂ ਨੂੰ ਪਤਾ ਹੈ ਕਿ ਮੇਰੇ ਨਾਲੋਂ, ਕਿਉਂਕਿ ਜਦੋਂ ਲੋਕ ਅੱਜ ਕੰਪੇਅਰ ਕਰਦੇ ਨੇ ਕਿ ਕਿੱਥੇ ਤਾਂ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਸੀਗੀ, 4.5 ਸਾਲ ਉਹ ਕਿਸੇ ਨੂੰ ਮਿਲਦੇ ਨਹੀਂ ਸੀਗੇ, ਔਰ ਆਪਾਂ ਸਾਰੇ ਜਾਣਦੇ ਆ ਕਿ ਸਾਰਾ ਕੁਝ ਠੱਪ ਪਿਆ ਸੀਗਾ, ਔਰ ਦੂਜੇ ਪਾਸੇ ਚੰਨੀ ਸਾਹਿਬ ਜਿਹੜੇ ਨੇ ਲੋੜ ਨਾਲੋਂ ਜ਼ਿਆਦਾ ਮਿਲ ਰਹੇ ਨੇ ਇੱਕ ਦੂਜੇ ਨੂੰ। ਆਪਾਂ ਨੂੰ ਪਤਾ ਹੈ ਕਿ 24 ਘੰਟੇ ਕੰਮ ਕਰ ਰਹੇ ਨੇ ਉਹ, ਔਰ ਗਲੀਆਂ ਦੇ ਵਿੱਚ ਜਾਂ ਹੋਰ ਬਾਜ਼ਾਰਾਂ ਦੇ ਵਿੱਚ ਜਾਂ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਜਾ ਰਹੇ ਨੇ। ਸੋ ਇਸ ਤਰ੍ਹਾਂ ਜਿਵੇਂ ਉਹਨਾਂ ਦੀ ਛਵੀ ਜਿਹੜੀ ਹੈਗੀ ਹੈ ਬਣ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ, ਇੱਕ ਚੰਗੀ ਛਵੀ ਬਣ ਰਹੀ ਹੈ, ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਸਾਹਿਬ, ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਦੱਸੀਏ ਕਿ ਇਹ ਜਿਹੜੀਆਂ ਕੈਪਟਨ ਸਾਹਿਬ ਗੱਲਾਂ ਕਰ ਰਹੇ ਨੇ, ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਉਹ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤ ਕੇ ਸਾਹਮਣੇ ਆਏ ਸੀਗੇ। ਔਰ ਆਜ਼ਾਦ ਉਮੀਦਵਾਰ ਨੂੰ ਪੂਰੀ ਖੁੱਲ੍ਹ ਹੁੰਦੀ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਵੱਲ ਜਾ ਸਕਦਾ ਹੈ, ਔਰ ਕਿਸੇ ਵੀ ਪਾਰਟੀ ਦੇ ਵੱਲ ਉਹ ਜਿਹੜੇ ਨੇਤਾਵਾਂ ਨੂੰ ਮਿਲ ਸਕਦਾ ਹੈ, ਆਪਣੀ ਗੱਲਬਾਤ ਕਰ ਸਕਦਾ ਹੈ। ਸੋ ਇਦਾਂ ਦੇ ਦੋਸ਼ ਲਾਉਣੇ ਇੱਕ ਹੰਢੇ ਵਰਤੇ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ। ਔਰ ਆਪਾਂ ਨੂੰ ਵੀ ਪਤਾ ਹੈ ਕਿ ਕਿਸੇ ਵੇਲੇ ਚੰਨੀ ਸਾਹਿਬ ਔਰ ਕੈਪਟਨ ਸਾਹਿਬ ਦਾ ਰਿਸ਼ਤਾ ਬਹੁਤ ਨੇੜਲਾ ਰਿਸ਼ਤਾ ਹੁੰਦਾ ਸੀਗਾ, ਔਰ ਚੰਨੀ ਸਾਹਿਬ ਨੂੰ ਉਹਨਾਂ ਨੇ ਲਗਾਤਾਰ ਆਪਣੀ ਕੈਬਨਿਟ ਦੇ ਵਿੱਚ ਰੱਖਿਆ ਸੀਗਾ। ਸੋ ਜੇਕਰ ਉਦੋਂ ਹੀ ਕੋਈ ਸਮੱਸਿਆ ਸੀ ਤਾਂ ਉਦੋਂ ਗੱਲਾਂ ਕਰਨੀਆਂ ਸੀਗੀਆਂ। ਸੋ ਹੁਣ ਅੱਜ ਉਹ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ, ਉਹ ਸ਼ੋਭਦੇ ਨਹੀਂ ਹੈਗੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਕੈਪਟਨ ਸਾਹਿਬ ਅਕਸਰ ਜਿਹੜੇ ਨੇ ਉਹ ਇਦਾਂ ਦੀ ਰਾਜਨੀਤੀ ਕਰਦੇ ਨਜ਼ਰ ਆਉਂਦੇ ਨੇ, ਇਹ ਬੇਤੁਕੀਆਂ ਗੱਲਾਂ ਨੇ। ਹਾਂ, ਇਦਾਂ ਦੀਆਂ ਨਹੀਂ ਕਰਨੀਆਂ ਚਾਹੀਦੀਆਂ। ਜੀ ਸੁਖਿੰਦਰ ਜੀ, ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ ਤੇ ਆਖਰੀ ਖਬਰ ਹੈ ਜਿਹੜੀ ਰਾਜਾ ਵੜਿੰਗ ਦੇ ਵੱਲੋਂ ਜਿਹੜੀਆਂ ਬੱਸਾਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਸੀਗੀਆਂ, ਜਿਹੜੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਵੱਡੇ ਲੀਡਰਾਂ ਦੇ ਵੱਲੋਂ, ਵੱਖ-ਵੱਖ ਪਾਰਟੀਆਂ ਦੇ ਵੱਲੋਂ, ਵੱਖ-ਵੱਖ ਬੁੱਧੀਜੀਵੀਆਂ ਦੇ ਵੱਲੋਂ, ਵੱਖ-ਵੱਖ NRI ਲੋਕਾਂ ਦੇ ਵੱਲੋਂ, ਪੰਜਾਬ ਦੇ ਲੋਕਾਂ ਵੱਲੋਂ ਰਾਜਾ ਵੜਿੰਗ ਦੀ ਇਸ ਕਾਰਵਾਈ ਨੂੰ ਬੜੀ ਸਹੀ ਤੇ ਸਟੀਕ ਜਿਹੜਾ ਉਹ ਦੱਸਿਆ ਗਿਆ ਸੀ। ਸਰੌਤਾਂ ਕਰਦੇ ਨਹੀਂ ਸੀ ਲੋਕੀ ਥੱਕਦੇ
ਤਾਂ ਹਾਈ ਕੋਰਟ ਦੇ ਵੱਲੋਂ ਹੁਣ ਉਸੇ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਗਿਆ ਹੈ। ਬਾਦਲਾਂ ਦੀਆਂ ਤੇ ਵੱਖ-ਵੱਖ ਕੰਪਨੀ ਦੀਆਂ ਜਿਹੜੀਆਂ ਬੱਸਾਂ ਨੇ ਉਹ ਬਹਾਲ ਕਰਨ ਦੀ ਜਿਹੜੀ ਗੱਲ ਕਹਿ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ, ਇਹ ਨੌਬਤ ਕਿਉਂ ਆ ਗਈ? ਹਾਈ ਕੋਰਟ ਨੂੰ ਅਜਿਹਾ ਫੈਸਲਾ ਜਿਹੜਾ ਲੈਣਾ ਕਿਉਂ ਪੈ ਗਿਆ? ਬੇਸ਼ੱਕ ਰਾਜਾ ਵੜਿੰਗ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਜਾਵਾਂਗੇ, ਮਾਮਲਾ ਕੀ ਹੈ? ਜੀ ਦੇਖੋ, ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਰਾਜਾ ਵੜਿੰਗ ਜੀ ਨੇ ਬੜੀ ਦਲੇਰੀ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਬਾਦਲ ਜਾਂ ਜਿਹੜੇ ਵੱਖ-ਵੱਖ ਕੰਪਨੀਆਂ ਨੇ, ਜਿਹੜੇ ਅਕਾਲੀ ਦਲ ਨਾਲ ਜੁੜੇ ਜਿਹੜੇ ਲੋਕ ਸੀਗੇ, ਉਹਨਾਂ ਦੀਆਂ ਜਿਹੜੀਆਂ ਬੱਸ ਕੰਪਨੀਆਂ ਸੀਗੀਆਂ, ਉਹਨਾਂ ਦੇ ਉੱਤੇ ਸਕੰਜਾ ਕੱਸਿਆ ਸੀਗਾ ਔਰ ਇਹੀ ਕਿਹਾ ਸੀਗਾ ਕਿ ਤੁਹਾਡਾ ਜਿਹੜਾ ਕਾਂਗਰਸ ਦੇ ਟਰਾਂਸਪੋਰਟਰ ਵੀ ਸੀਗੇ, ਉਹਨਾਂ ਦੀਆਂ ਵੀ ਬੰਦ ਕੀਤੀ ਜੀ। ਕੁਝ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵੀ ਉਹਨਾਂ ਨੇ ਬਾਅਦ ਦੇ ਵਿੱਚ, ਜਦੋਂ ਆਪਾਂ ਗੱਲ ਕਰਦੇ ਹਾਂ ਸ਼ੁਰੂ ਦੇ ਵਿੱਚ ਅਕਾਲੀ ਦਲ, ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਿਆ ਕਿ ਭਾਈ ਤੁਸੀਂ ਸਿਰਫ ਅਕਾਲੀ ਦਲ ਦੀਆਂ ਕਰ ਰਹੇ ਹੋ, ਤਾਂ ਉਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ ਸੀ ਕਿ ਮੈਂ ਕਾਂਗਰਸੀਆਂ ਨੂੰ ਵੀ ਜਿਹੜਾ ਹੈਗਾ ਨਾਲ ਲਪੇਟਾਂਗਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਗੱਲਾਂ ਜਦੋਂ ਅੱਗੇ ਆਈਆਂ ਤਾਂ ਇਹਦੇ ਵਿੱਚ ਕਾਰਨ ਵੱਡੇ ਇਹੀ ਸੀਗੇ ਕਿ ਕੋਈ ਟੈਕਸ ਜਿਹੜਾ ਸੀਗਾ ਉਹਨਾਂ ਨੇ ਨਹੀਂ ਸੀ ਭਰਿਆ ਹੋਇਆ ਵੱਖ-ਵੱਖ ਪਰਮਿਟਾਂ ਦੇ ਉੱਤੇ, ਜਿਹੜੀਆਂ ਰੂਟ ਜਿਹੜੇ ਚੱਲ ਰਹੇ ਸੀ ਬੱਸਾਂ ਦੇ, ਔਰ ਉਹਦੇ ਵਿੱਚ ਇਹੀ ਦੋਸ਼ ਲੱਗਦੇ ਰਹੇ ਆ ਸਰਕਾਰ ਦੇ ਰਾਹੀਂ ਕਿ ਇਹਨਾਂ ਨੇ ਪ੍ਰੋਪਰ ਜਿਹੜਾ ਹੈਗਾ ਟੈਕਸ ਨਹੀਂ ਭਰਿਆ। ਪਰ ਜਿਹੜੀ ਦੂਜੇ ਪਾਸੇ ਜਦੋਂ ਅਸੀਂ ਦੂਜੀ ਧਿਰ ਦੀ ਗੱਲ ਸੁਣੀ ਤਾਂ ਉਸ ਵੇਲੇ ਇਹੀ ਗੱਲਾਂ ਸਾਹਮਣੇ ਆਈਆਂ ਕਿ ਕਰੋਨਾ ਦੌਰ ਕਰਕੇ ਉਹਨਾਂ ਨੇ ਇੱਕ ਐਪਲੀਕੇਸ਼ਨ ਸਰਕਾਰ ਕੋਲ ਦਿੱਤੀ ਹੋਈ ਸੀਗੀ ਤਾਂ ਕਿ ਉਹਨਾਂ ਦਾ ਜਿਹੜਾ ਟੈਕਸ ਹੈ, ਕੁਝ ਟੈਕਸ ਜਿਹੜਾ ਹੈਗਾ ਉਹ ਮਾਫ ਕੀਤਾ ਜਾਵੇ, ਪਰ ਉਹ ਮਾਫ ਨਹੀਂ ਸੀ ਹੋ ਰਿਹਾ ਔਰ ਇਸ ਬਿਨਾਂ ਦੇ ਉੱਤੇ ਜਿਹੜੀਆਂ ਸੀਗੀਆਂ ਇਹਨਾਂ ਦੇ ਉੱਤੇ ਕੇਸ ਬਣਾਏ ਗਏ ਔਰ ਇਹਨਾਂ ਦੀਆਂ ਬੱਸਾਂ ਨੂੰ ਥਾਣਿਆਂ 'ਚ ਡੱਕਿਆ ਗਿਆ। ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਇਹ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਦੇ ਮਾਲਕ ਜਦੋਂ ਆਪਣਾ ਹਾਈ ਕੋਰਟ ਦੇ ਵਿੱਚ ਗਏ ਤਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੀ ਹੈ। ਸੋ ਇਹੀ ਰਾਹਤ ਇਹੀ ਹੈ ਕਿ ਇਹਨਾਂ ਦੀਆਂ ਬੱਸਾਂ ਛੱਡੀਆਂ ਜਾਣ ਔਰ ਇਹਨਾਂ ਨੂੰ ਜਿਹੜਾ ਟੈਕਸ ਬਕਾਇਦਾ ਤੌਰ ਤੇ ਉਹ ਵਸੂਲਿਆ ਜਾਏ। ਸੋ ਜੇਕਰ ਉਹ ਟੈਕਸ ਦਿੰਦੇ ਨੇ ਤਾਂ ਲਾਜ਼ਮੀ ਤੌਰ ਤੇ ਇਹ ਜਿਹੜੀਆਂ ਬੱਸਾਂ ਨੇ ਦੁਬਾਰਾ ਚੱਲ ਸਕਦੀਆਂ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਾਜਾ ਵੜਿੰਗ ਨੂੰ ਇੱਕ ਵੱਡਾ ਝਟਕਾ ਜਿਹੜਾ ਹੈਗਾ ਜ਼ਰੂਰ ਇੱਥੇ ਲੱਗਦਾ ਨਜ਼ਰ ਆਇਆ ਹੈ। ਪਰ ਜਿਵੇਂ ਰਾਜਾ ਵੜਿੰਗ ਜੀ ਕਹਿ ਰਹੇ ਨੇ ਕਿ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ ਔਰ ਜੇਕਰ ਸੁਪਰੀਮ ਕੋਰਟ 'ਚ ਜਾਂਦੇ ਨੇ ਤਾਂ ਇਹਦੇ ਨਾਲ ਹੋ ਸਕਦਾ ਹੈ ਕਿ ਦੁਬਾਰਾ ਜਿਹੜੀਆਂ ਇਹਨਾਂ ਬੱਸਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਜਾਂ ਇਹਨਾਂ ਬੱਸਾਂ ਨੂੰ ਦੁਬਾਰਾ ਜਿਹੜਾ ਹੈਗਾ ਇਹਨਾਂ ਦੇ ਉੱਤੇ ਜੁਰਮਾਨਾ ਜਿਹੜਾ ਹੈਗਾ ਲੱਗਦਾ ਨਜ਼ਰ ਆ ਸਕਦਾ ਹੈ। ਪਰ ਹੁਣ ਇਹ ਸਮਾਂ ਦੱਸੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਜਾਂਦੀ ਹੈ ਜਾਂ ਨਹੀਂ ਜਾਂਦੀ, ਇਹ ਤਾਂ ਹੁਣ ਰਾਜਾ ਵੜਿੰਗ ਜੀ ਦੱਸ ਸਕਦੇ ਨੇ। ਪਰ ਫਿਲਹਾਲ ਰਾਜਾ ਵੜਿੰਗ ਜੀ ਨੂੰ ਵੱਡਾ ਝਟਕਾ ਜਿਹੜਾ ਹੈਗਾ ਲੱਗਦਾ ਨਜ਼ਰ। ਬਾਦਲਾਂ ਦੇ ਹੱਥ ਬਹੁਤ ਲੰਬੇ ਨੇ, ਔਰਬਿਟ ਵਾਲੇ ਕਹਿੰਦੇ ਤਕੜੇ ਬੰਦੇ ਨੇ, ਇਸ ਕਰਕੇ ਕੁਝ ਵੀ ਕਾਰਵਾਈ ਜਿਹੜੀ ਹੈ ਕੋਰਟਾਂ ਦੇ ਵਿੱਚ ਕਰਾ ਸਕਦੇ ਆ, ਪਰ ਅਸੀਂ ਕਹਿੰਦੇ ਸੁਪਰੀਮ ਕੋਰਟ ਜਾਵਾਂਗੇ। ਬਿਲਕੁਲ, ਜੇਕਰ ਦੇਖੋ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਵੱਡੀ ਰਾਹਤ ਰਾਜਾ ਵੜਿੰਗ ਜੀ ਨੂੰ ਮਿਲ ਜਾਏ, ਪਰ ਫਿਲਹਾਲ ਇਹ ਤਾਂ ਹੁਣ ਸਮਾਂ ਦੱਸੇਗਾ ਨਾ, ਕਿਉਂਕਿ ਸਮਾਂ ਇਸ ਵੇਲੇ ਲਗਭਗ 2 ਮਹੀਨੇ ਨੇ ਸਰਕਾਰ ਦੇ ਕੋਲੇ। ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਏਗਾ, 1.5 ਮਹੀਨੇ ਦਾ ਤੋਂ ਵੀ ਘੱਟ ਸਮਾਂ ਹੈਗਾ। ਜਦੋਂ ਇੱਕ ਵਾਰੀ ਚੋਣ ਜ਼ਾਬਤਾ ਲੱਗ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਕਿਹੜੀ ਸਰਕਾਰ ਆਏਗੀ, ਕਿਹੜੀ ਨਹੀਂ ਆਏਗੀ, ਕਿਹੜਾ ਜਿਹੜਾ ਹੈਗਾ ਟਰਾਂਸਪੋਰਟ ਮੰਤਰੀ ਬਣੇਗਾ, ਇਹ ਹੁਣ ਬਾਕੀ ਬਾਅਦ ਦੀਆਂ ਗੱਲਾਂ ਨੇ। ਸੋ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਇਹ ਸਾਰੇ ਸਮੇਂ ਨੂੰ ਆਪਾਂ ਧਿਆਨ ਵਿੱਚ ਰੱਖਦੇ, ਸਾਰੀ ਨਜ਼ਰ ਮਾਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਰਾਜਾ ਵੜਿੰਗ ਜੀ ਨੂੰ ਝਟਕਾ ਲੱਗਿਆ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਨੂੰ ਜ਼ਰੂਰ ਬਲ ਮਿਲਿਆ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਵੱਲ ਜ਼ਰੂਰ ਜਿਹੜਾ ਹੈਗਾ ਗਿਆਨ ਪ੍ਰਾਪਤ ਹੋਇਆ ਹੈ ਕਿ ਜੇਕਰ ਸਰਕਾਰ ਚਾਹੇ, ਜੇਕਰ ਮੰਤਰੀ ਚਾਹਣ ਤਾਂ ਲਾਜ਼ਮੀ ਤੌਰ ਤੇ ਜਿਹੜਾ ਸਰਕਾਰੀ ਖਜ਼ਾਨਾ ਇਹ ਕਹਿ ਰਹੇ ਨੇ ਕਿ ਸਾਡਾ ਖਾਲੀ ਪਿਆ, ਉਸ ਨੂੰ ਭਰਿਆ ਜਾ ਸਕਦਾ ਹੈ ਔਰ ਟਰਾਂਸਪੋਰਟ ਮਾਫੀਏ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਔਰ ਸਰਕਾਰੀ ਬੱਸਾਂ ਪੀਆਰਟੀਸੀ ਦੀਆਂ ਬੱਸਾਂ ਵਧੀਆ ਕੀਤੀਆਂ ਜਾ ਸਕਦੀਆਂ ਹਨ ਔਰ ਉਹਨੂੰ ਮੁਨਾਫੇ ਦੇ ਵਿੱਚ ਪਹੁੰਚਾਇਆ ਜਾ ਸਕਦਾ ਹੈ। ਇਹ ਗੱਲ ਲੋਕਾਂ ਨੂੰ ਇਸ ਵੇਲੇ ਕਲੀਅਰ ਹੋ ਚੁੱਕੀ ਹੈ। ਸੋ ਆਪਾਂ ਹੁਣ ਇਹੀ ਦੇਖਣਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਜਾ ਜੀ ਜਾਂਦੇ ਨੇ ਜਾਂ ਨਹੀਂ ਜਾਂਦੇ, ਜਾਂ ਅਗਲਾ ਜਿਹੜਾ ਟਰਾਂਸਪੋਰਟ ਮੰਤਰੀ ਹੋਏਗਾ ਉਹ ਕਿਸ ਤਰ੍ਹਾਂ ਦੇ ਐਕਸ਼ਨ ਕਰੇਗਾ, ਇਹ ਹੁਣ ਸਮਾਂ ਹੀ ਦੱਸੇਗਾ। ਸੁਖਵਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਇਸ ਸਾਰੀਆਂ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਸ ਤਰ੍ਹਾਂ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਆਪਣੇ ਕੀਮਤੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।